ਬਗੈਰਤੀ ਤੇ ਉਤਰ ਆਇਆ ਨਾ ਕਿ ਆਪਣਾ ਜਿਸਮ ਵੇਚ ਜਿਸ ਤਰ੍ਹਾਂ ਮਰਜ਼ੀ ਕਰ, ਮੈਨੂੰ ਪੈਸੇ ਚਾਹੀਦੇ ਨੇ ਬਸ। ਕਿ ਦਵਾਈ ਵਗੈਰਾ ਖਵਾ ਕੇ ਤੇ ਫਿਰ ਕਹਿੰਦਾ ਸੀ ਕਿ ਅੱਛਾ ਕੋਈ ਮਹਿਮਾਨ ਆਉਂਦਾ ਨੇ ਤੇ ਉਹਦੀ ਗੱਲ ਮੰਨਣੀ। ਹਾਂਜੀ, ਅੰਦਰ ਬੈੱਡ ਤੇ ਲੈ ਜਾਂਦਾ ਸੀ ਤੇ ਫਿਰ ਗੰਦੇ ਕੰਮ ਕਰਵਾਉਂਦਾ ਸੀ। ਆਪਣੀ ਅੱਖਾਂ ਦੇ ਸਾਹਮਣੇ ਤੁਹਾਡਾ ਸ਼ੌਹਰ ਆਪਣੀਆਂ ਅੱਖਾਂ ਦੇ ਸਾਹਮਣੇ ਤੁਹਾਡੇ ਨਾਲ ਗੈਰ ਮਰਦਾਂ ਕੋਲੋਂ ਗਲਤ ਕੰਮ ਕਰਵਾਉਂਦਾ ਸੀ ਸਿਰਫ ਪੈਸਿਆਂ ਵਾਸਤੇ। ਪਹਿਲੇ ਗੁਰਦਾ ਵੇਚਿਆ 3 ਲੱਖ ਦਾ, ਹੁਣ ਕਹਿੰਦਾ ਹੈ ਕਿ ਆਪਣਾ ਜਿਗਰ ਵੀ ਵੇਚ। 7 ਲੱਖ ਦੇ ਵਿੱਚ ਜਿਗਰ ਵੀ। एक बदबख्त शौहर अपना आइस का नशा पूरा करने के लिए अपनी इस बीवी को नशे की गोलियां देता है। बाहर से गैर मर्द अपने घर लाता है और इसके साथ जिस्मानी ताल्लुकात बनवाता है और फिर उसके पैसे लेता है अपना नशा पूरा करने के लिए। बात यहाँ पर ख़त्म नहीं होती। जब ये सारा कुछ कर करके उसका दिल भर जाता है, इस खातून को दोबारा नशे की गोलियां दी जाती हैं, इस्लामाबाद लेके जाया जाता है। वहाँ पर इसके जिस्म से इसका गुर्दा निकाला जाता है और गुर्दा निकाल कर 3 लाख रुपए में बेच दिया जाता है। 3 लाख रुपया आइस के नशे में ख़त्म हो जाता है। दोबारा से फिर इस खातून को कहता है चल हम फिर जिस्म फरोशी दा धंधा कर। जब ये धंधा करती है, धंधा इस कदर करवाया रहता है कि इस खातून के जिस्म में से एक बच्ची पैदा हो जाती है और आज वो शख्स इसको कह रहा है कि या अपना जिगर निकलवा कर बेचो या मैं उस बच्ची को बेचकर आइस के लिए पैसे लेके आऊँगा। आइए इस खातून से बात करते हैं और जानने की कोशिश करते हैं कि कब से ये खातून इस जालिम शख्स का जुल्म बर्दाश्त कर रही है। अस्सलाम वालेकुम मेरी बहन। वालेकुम अस्सलाम। की नाम है मेरी बहन? शहजादी। कितनी उम्र है ਤੁਹਾਡੀ? 32 ਸਾਲ। शौहर नाल शादी लव मैरिज होई सी या घर वालिਆਂ ਨੇ ਕਰਵਾਈ ਸੀ? ਘਰ ਵਾਲਿਆਂ ਨੇ ਕਰਵਾਈ ਸੀ। ਤੁਹਾਡੀ ਰਜ਼ਾਮੰਦੀ ਨਹੀਂ ਸੀ? ਮਾਂ ਪਿਓ ਦੀ ਰਜ਼ਾਮੰਦੀ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ। ਕਿੰਨੇ ਬੱਚੇ ਹੋ ਗਏ? ਮੇਰੇ 4 ਬੱਚੇ ਨੇ। ਇਹਦੇ ਵਿੱਚ ਹੀ ਨੇ 3 ਇਹਦੇ ਵਿੱਚੋਂ ਨੇ ਤੇ ਇੱਕ ਜਿਹੜਾ ਇਹਨੇ ਕੰਮ ਵਗੈਰਾ ਕਰਵਾਇਆ ਉਹਦੀ ਵਜ੍ਹਾ। ਗਲਤ ਕੰਮ ਕਰਵਾ ਹਾਂਜੀ। ਕੇ ਇੱਕ ਬੱਚੀ ਵੀ ਪੈਦਾ ਕਰ। ਹਾਂਜੀ, ਇੱਕ ਬੱਚੀ ਕੀ ਵੀ। ਨਾਮ ਹੈ ਇਹਦਾ ਸ਼ੌਹਰ ਦਾ? ਗੁਲਾਮ ਨਬੀ। ਇੱਕ ਸ਼ੌਹਰ ਜਿਹੜਾ ਹੁੰਦਾ ਨਾ ਆਪਣੀ ਬੀਵੀ ਦੀ ਇੱਜ਼ਤ ਦਾ ਰਖਵਾਲਾ ਹੁੰਦਾ ਹੈ। ਬੇਗਮ ਦਾ ਅਗਰ ਦੁਪੱਟਾ ਵੀ ਉਤਰ ਜਾਵੇ ਤੇ ਸ਼ੌਹਰ ਨੂੰ ਗੁੱਸਾ ਆਉਂਦਾ ਹੈ ਕਿ ਮੇਰੀ ਬੀਵੀ ਦਾ ਸਿਰ ਨੰਗਾ ਹੋ ਗਿਆ। ਉਹੀ ਸ਼ੌਹਰ ਆਪਣੇ ਸਾਹਮਣੇ ਤੁਹਾਡੇ ਕੱਪੜੇ ਤੁਰਵਾ ਕੇ ਤੁਹਾਡੇ ਨਾਲ ਜ਼ਿਆਦਤੀ ਕਰਵਾਉਂਦਾ ਰਿਹਾ ਨਸ਼ੇ ਦੀਆਂ ਗੋਲੀਆਂ ਦੇ ਕੇ। ਇਹ ਗੱਲ ਸੱਚੀ ਹੈ? ਹਾਂਜੀ, ਬਿਲਕੁਲ ਸੱਚੀ ਹੈ। ਗੋਲੀਆਂ ਦੇ ਨਸ਼ੇ ਦੀਆਂ ਦੇ ਕੇ। ਕਿਵੇਂ ਇਹ ਮਾਮਲਾ ਸ਼ੁਰੂ ਹੋਇਆ? ਕਿੱਥੋਂ ਜਾ ਕੇ ਕਹਾਣੀ ਸ਼ੁਰੂ ਹੁੰਦੀ ਹੈ ਕਿ ਇੱਕ ਸ਼ੌਹਰ ਐਡਾ ਬੇਗੈਰਤ ਬਣ ਜਾਂਦਾ ਹੈ? ਇਹ ਕਰਾਚੀ ਗਿਆ ਸੀ, ਉੱਥੋਂ ਨਸ਼ੇ ਤੇ ਲੱਗਾ ਸੀ। ਕਿਸ ਚੀਜ਼ ਦਾ ਨਸ਼ਾ ਕਰਦਾ? ਆਈਸ ਵਗੈਰਾ ਪੀਂਦਾ ਹੈ। ਤੂੰ ਵਾਪਸ ਆਇਆ ਫਿਰ ਕੀ ਹੋਇਆ? ਤੇ ਇੱਥੇ ਵੀ ਆਣ ਕੇ ਇਹੀ ਕੰਮ ਕਰਨ ਲੱਗ ਪਿਆ। ਫਿਰ ਇਹਨੇ ਇੱਕ ਦਿਨ 20,000 ਦੀ ਲਿਆਂਦੀ ਆਈਸ ਵਗੈਰਾ। ਇਹਨੇ ਕੁਝ ਵੇਚੀ, ਕੁਝ ਪੀਤੀ ਵਗੈਰਾ ਤੇ ਉਹ ਖਤਮ ਹੋ ਗਏ। ਤੇ ਫਿਰ ਇਹਨੇ ਆਪਣੇ ਹੱਥ ਤੇ ਉਤਰ ਆਇਆ ਕਿ ਬਗੈਰਤੀ ਤੇ ਉਤਰ ਆਇਆ ਨਾ ਕਿ ਆਪਣਾ ਜਿਸਮ ਵੇਚ ਜਿਸ ਤਰ੍ਹਾਂ ਮਰਜ਼ੀ ਕਰ, ਮੈਨੂੰ ਪੈਸੇ ਚਾਹੀਦੇ ਨੇ ਬਸ, ਨਸ਼ਾ ਪੂਰਾ ਕਰਨਾ। ਤੁਹਾਡਾ ਸ਼ੌਹਰ ਤੁਹਾਨੂੰ ਕਹਿੰਦਾ ਕਿ ਆਪਣਾ ਜਿਸਮ ਵੇਚ, ਲੋਕਾਂ ਦੇ ਸਾਹਮਣੇ ਜਾ ਕੇ ਕੱਪੜੇ ਉਤਾਰ ਤੇ ਮੇਰਾ ਨਸ਼ਾ ਪੂਰਾ ਕਰ। ਹਾਂਜੀ, ਜੋ ਕੁਝ ਮਰਜ਼ੀ ਕਰ, ਲੇਕਿਨ ਮੈਨੂੰ ਪੈਸੇ ਚਾਹੀਦੇ ਨੇ ਨਸ਼ੇ ਵਾਸਤੇ? ਹਾਂਜੀ, ਨਸ਼ੇ ਵਾਸਤੇ। ਤੁਹਾਡੇ ਨਾਲ ਕਿਸ ਤਰ੍ਹਾਂ ਬਾਹਰੋਂ ਬੰਦੇ ਲਿਆ ਕੇ ਗਲਤ ਕੰਮ ਕਰਵਾਉਂਦਾ ਰਿਹਾ? ਗੋਲੀਆਂ ਖਵਾਉਂਦਾ ਸੀ? ਕੀ ਕਰਦਾ ਸੀ? ਪਹਿਲੇ ਗੋਲੀਆਂ ਵਗੈਰਾ ਖਵਾ ਕੇ ਤੇ ਫਿਰ ਚਲਾ ਜਾਂਦਾ ਸੀ। ਕਿਸ ਤਰ੍ਹਾਂ ਕਹਾਣੀ ਕਿਸ ਤਰ੍ਹਾਂ ਸ਼ੁਰੂ ਹੋਈ? ਕਦੋਂ ਨੇ ਪਹਿਲੀ ਦਫਾ ਤੁਹਾਨੂੰ ਗੋਲੀਆਂ ਖਵਾਈਆਂ? ਕਦੋਂ ਜਾ ਕੇ ਮਾਮਲਾ ਸ਼ੁਰੂ ਹੋਇਆ? ਸਾਲ ਹੀ ਹੋਇਆ ਜਦੋਂ ਨਸ਼ੇ ਤੇ ਲੱਗਾ ਹੈ ਨਾ, ਤੇ ਉਸ ਤੋਂ ਬਾਅਦ ਹੀ ਇਹ ਕੰਮ, ਜਦੋਂ ਇਹਨੂੰ ਪੈਸੇ ਨਹੀਂ ਸੀ, ਜਦੋਂ ਕੰਮ ਹੀ ਨਹੀਂ ਸੀ ਕਰਦਾ ਤੇ ਪੈਸੇ ਇਹਨੂੰ ਕਿੱਥੋਂ ਆਣੇ ਸੀ। ਅੱਛਾ। ਤੇ ਫਿਰ ਆਸਤਾ ਆਸਤਾ ਅੱਲਾ ਜਾਣੇ ਕਿਸੇ ਨੇ ਇਹਨੂੰ ਕਿਹਾ ਜਾਂ ਆਪਣੀ ਬੀਵੀ ਦਾ ਇਸ ਤਰ੍ਹਾਂ ਇਸਤੇਮਾਲ ਕਰ, ਜੋ ਕੁਛ ਮਰਜ਼ੀ ਕਰ, ਲੇਕਿਨ ਇਹਨੂੰ ਪੈਸੇ ਚਾਹੀਦੇ ਨਾ ਤੇ ਨਸ਼ਾ ਕਰਨਾ। ਇਹ ਫਿਰ ਦਵਾਈ ਵਗੈਰਾ ਲੈ ਕੇ ਆਂਦਾ ਸੀ। ਪਹਿਲੀ ਦਫਾ ਕਿਸ ਤਰ੍ਹਾਂ ਇਹਨੇ ਤੁਹਾਨੂੰ ਗੋਲੀਆਂ ਖਵਾਈਆਂ? ਕਿਸ ਤਰ੍ਹਾਂ ਬਾਹਰੋਂ ਬੰਦੇ ਲੈ ਕੇ ਆਇਆ? ਉਹ ਕਿਵੇਂ ਹੋਇਆ ਸੀ? ਕਿ ਜਿਵੇਂ ਇਹ ਦਵਾਈ ਖਾ ਲੈ ਇਸ ਤਰ੍ਹਾਂ ਹੀ ਹੈ ਨਾ। ਅੱਛਾ, ਹਾਂ ਯਾਰ ਹੁਣ ਦੱਸੋ। ਕਿ ਦਵਾਈ ਵਗੈਰਾ ਖਵਾ ਕੇ ਤੇ ਫਿਰ ਕਹਿੰਦਾ ਸੀ ਕਿ ਅੱਛਾ ਕੋਈ ਮਹਿਮਾਨ ਆਉਂਦਾ ਨੇ ਤੇ ਉਹਦੀ ਗੱਲ ਮੰਨਣੀ ਹੈ। ਮੈਂ ਕਿਹਾ ਠੀਕ ਹੋ ਗਿਆ। ਜਦੋਂ ਫਿਰ ਇਹਦਾ ਨਸ਼ਾ ਪੂਰਾ ਕਰਨਾ ਤੇ ਫਿਰ ਇਹਦੀ ਗੱਲ ਤੇ ਮੰਨਣੀ ਸੀ ਬੰਦੇ ਦੀ। ਤੁਹਾਡਾ ਸ਼ੌਹਰ ਤੁਹਾਨੂੰ ਨਸ਼ੇ ਦੀਆਂ ਗੋਲੀਆਂ ਖਵਾਉਂਦਾ, ਕਹਿੰਦਾ ਬਾਹਰੋਂ ਮਹਿਮਾਨ ਆ ਰਹੇ ਨੇ ਤੇ ਉਹਨਾਂ ਦੀ ਗੱਲ ਮੰਨਣੀ ਹੈ। ਹਾਂਜੀ, ਬਿਲਕੁਲ ਇੰਜ ਹੀ। ਉਹ ਮਹਿਮਾਨ ਤੁਹਾਡੇ ਨਾਲ ਜ਼ਨਾ ਯਾਨੀ ਕਿ ਜ਼ਿਆਦਤੀ ਕਰਨ ਵਾਸਤੇ, ਗਲਤ ਕੰਮ ਕਰਨ ਵਾਸਤੇ ਤੁਹਾਡਾ ਸ਼ੌਹਰ ਖੁਦ ਲੈ ਕੇ ਆਂਦਾ ਰਿਹਾ? ਹਾਂਜੀ, ਅੰਦਰ ਬੈੱਡ ਤੇ ਲੈ ਜਾਂਦਾ ਸੀ ਤੇ ਫਿਰ ਗੰਦੇ ਕੰਮ ਕਰਵਾਉਂਦਾ ਸੀ ਆਪਣੀਆਂ ਅੱਖਾਂ ਦੇ ਸਾਹਮਣੇ? ਹਾਂਜੀ, ਬਿਲਕੁਲ। ਤੁਹਾਡਾ ਸ਼ੌਹਰ ਆਪਣੀਆਂ ਅੱਖਾਂ ਦੇ ਸਾਹਮਣੇ ਤੁਹਾਡੇ ਨਾਲ ਗੈਰ ਮਰਦਾਂ ਕੋਲੋਂ ਗਲਤ ਕੰਮ ਕਰਵਾਉਂਦਾ ਸੀ ਸਿਰਫ ਪੈਸਿਆਂ ਵਾਸਤੇ? ਪੈਸਿਆਂ ਵਾਸਤੇ ਹੀ ਕਰਵਾਉਂਦਾ ਸੀ ਇਹ ਕੰਮ। ਮੇਰੀ ਭੈਣ ਸੱਚ ਬੋਲ ਰਹੀ ਹੈ? ਹਾਂਜੀ, ਬਿਲਕੁਲ ਸੱਚ ਬੋਲਣ ਦੇ। ਸ਼ੌਹਰ ਤੇ ਐਡਾ ਵੱਡਾ ਇਲਜ਼ਾਮ ਲਾ ਰਹੇ ਹੋ ਤੁਸੀਂ? ਨਹੀਂ, ਇਲਜ਼ਾਮ ਨਹੀਂ ਲਗਾ ਰਹੀ, ਇਹ ਸੱਚ ਹੈ, ਹਕੀਕਤ ਹੈ। ਹਾਂਜੀ, ਬਿਲਕੁਲ ਹਕੀਕਤ ਹੈ। ਆਪਣੀਆਂ ਅੱਖਾਂ ਦੇ ਸਾਹਮਣੇ ਗੰਦਾ ਕੰਮ ਕਰਵਾਉਂਦਾ ਰਿਹਾ? ਹਾਂਜੀ। ਤੁਹਾਡੇ ਬੱਚਿਆਂ ਦਾ ਬਾਪ? ਹਾਂਜੀ, ਮੇਰੇ ਬੱਚਿਆਂ ਦਾ ਬਾਪ ਹੈ। ਫਿਰ ਬਾਅਦ ਚੋਂ ਇੱਕ ਬੱਚੀ ਵੀ ਹੋਈ ਹੈ, ਉਹਦੀ ਵਜ੍ਹਾ ਤੋਂ ਹੁਣ ਬਲੈਕਮੇਲ ਕਰਦਾ ਮੈਨੂੰ। ਤੁਹਾਡੇ ਨਾਲ ਇਸ ਕਦਰ ਜ਼ਿਆਦਤੀ ਕਰਵਾਈ, ਗੰਦਾ ਕੰਮ ਕਰਵਾਇਆ, ਧੰਦਾ ਕਹਿ ਲਓ ਕਰਵਾਇਆ ਕਿ ਤੁਹਾਡੇ ਵਿੱਚ ਇੱਕ ਬੱਚੀ ਵੀ ਪੈਦਾ ਹੋ ਗਈ? ਹਾਂਜੀ, ਬੱਚੀ ਵੀ ਪੈਦਾ ਹੋਈ ਹੈ। ਕਿ ਆਪ ਉਸ ਬੱਚੀ ਦਾ ਬਾਪ ਨਹੀਂ ਬਣ ਰਿਹਾ?
ਉਹ ਆਂਦਾ ਕਿ ਨਹੀਂ ਇਹ ਉਹਨਾਂ ਨੂੰ ਵਾਪਸ ਦੇਣੀ ਹੈ, ਤੇ ਮੈਂ ਕਿਵੇਂ ਆਪਣੇ ਕੇ ਦਿਲ ਤੋਂ ਉਹ ਦੂਰ ਕਰਾਂ। ਜਿਸਮ ਦਾ ਟੁਕੜਾ ਹੈ ਹਾਂਜੀ, ਤੁਹਾਡੀ ਤੇ ਬੇਟੀ ਹੈ। ਮੇਰੀ ਬੇਟੀ ਹੁਣ ਜਨਮ ਜੋ ਦਿੱਤਾ ਤਾਂ ਫਿਰ ਬੇਟੀ ਹੈ ਮੇਰੀ, ਮੈਂ ਕਿਵੇਂ ਛੱਡ ਸਕਨੀ। ਕਿੰਨੇ ਸਾਲ ਤੋਂ ਚੱਲ ਰਿਹਾ ਸਿਸਟਮ? ਬੰਦੇ ਆਂਦੇ ਤੁਹਾਡੇ ਨਾਲ? ਸਾਲ ਹੋ ਗਿਆ, ਪੂਰਾ ਸਾਲ ਹੋ ਗਿਆ ਇਹ ਕੰਮ ਹੁੰਦੇ ਆ। ਕਿੰਨੀ ਕੁ ਵਾਰੀ ਹੋ ਗਿਆ ਪੂਰੇ ਸਾਲ ਦੇ ਵਿੱਚ? ਕਿ ਕੋਈ ਗਿਣਤੀ ਨਹੀਂ, ਕੋਈ ਪਤਾ ਹੀ ਨਹੀਂ? ਕੁਝ ਪਤਾ ਨਹੀਂ ਹੈਗਾ। ਇਸ ਕਦਰ? ਹਾਂਜੀ, ਹੱਦ ਤੇ ਕਰੋ। ਖੁਦ ਇਹ ਸ਼ਖਸ ਬਾਹਰੋਂ ਬੰਦੇ ਲਿਆਂਦਾ, ਆਪਣੀ ਬੀਵੀ ਨੂੰ ਖੁਦ ਕਹਿੰਦਾ ਕਿ ਇਹਦੇ ਨਾਲ ਕਮਰੇ ਚਲੀ ਜਾ। ਹਾਂਜੀ, ਇਸ ਤਰ੍ਹਾਂ ਹੀ। ਸ਼ੋਹਰ ਤੁਹਾਡਾ? ਹਾਂਜੀ, ਮੇਰਾ ਸ਼ੋਹਰ ਹੀ। ਫਿਰ ਗੁਰਦਾ ਕਿਸ ਤਰ੍ਹਾਂ ਕਢਵਾ ਦਿੱਤਾ? ਤੁਸੀਂ ਕਹਿ ਰਹੇ ਸੀ ਕਿ ਇਸਲਾਮਾਬਾਦ ਲੈ ਗਿਆ, ਮੇਰਾ ਗੁਰਦਾ ਕਢਵਾਤਾ, ਤੁਹਾਨੂੰ ਪਤਾ ਨਹੀਂ ਚੱਲਿਆ ਕਿ ਮੇਰਾ ਗੁਰਦਾ ਕਢਵਾਉਣ ਵਾਸਤੇ ਇਸਲਾਮਾਬਾਦ ਲੈ ਚਲੇ? ਉਹਨਾਂ ਨੇ ਕਿਹਾ ਸੀ ਕਿ ਉੱਥੇ ਕੋਈ ਜਾਣਨ ਵਾਲੇ ਹੈਗੇ ਨੇ ਤੇ ਉੱਥੇ ਜਾਣਾ, ਤੇ ਮੈਂ ਕਿਹਾ ਠੀਕ ਹੈ, ਮੈਂ ਚਲੀ ਜਾਂਦੀ ਹਾਂ। ਫਿਰ ਬੰਦਾ ਜੋ ਹੈ ਘਰ ਜੋ ਬਚਾਉਣਾ ਹੈ ਤੇ ਫਿਰ ਕੁਛ ਨਾ ਕੁਛ ਤੇ ਕਰਨਾ ਸੀ ਨਾ ਉਹਦੀ ਖਾਤਰ। ਉਹਦੀ ਖਾਤਰ ਆਪਣਾ ਜਿਸਮ ਦੇ ਦਿੱਤਾ? ਆਪਣਾ ਜਿਸਮ ਉਹਦੀ ਖਾਤਰ ਆਪਣੇ ਕੱਪੜੇ ਉਤਾਰ ਕੇ, ਖੈਰ ਮਰਦਾਂ ਦੇ ਸਾਹਮਣੇ ਤੁਹਾਨੂੰ ਲੇਟਣਾ ਪੈ ਗਿਆ ਮਾਜ਼ੇ ਦੇ ਨਾਲ, ਮੇਰੀ ਭੈਣ ਹੈ। ਫਿਰ ਉਹਦੀ ਖਾਤਰ ਆਪਣੇ ਜਿਸਮ ਦਾ ਹਿੱਸਾ ਯਾਨੀ ਕਿ ਗੁਰਦਾ ਕੱਢ ਕੇ ਵੇਚ ਦਿੱਤਾ? ਹਾਂਜੀ, ਗੁਰਦਾ ਵੀ ਦੇ ਦਿੱਤਾ ਮੈਂ। ਕਿਵੇਂ ਵੇਚਿਆ ਸੀ ਗੁਰਦਾ? ਕਿਹਨੂੰ ਵੇਚਿਆ ਸੀ? ਅੱਲਾ ਬਿਹਤਰ ਜਾਣੇ। ਹੁਣ ਉੱਥੇ ਹਸਪਤਾਲ ਵਾਲਿਆਂ ਨੇ ਲਿਆ ਸੀ 3 ਲੱਖ ਦਾ, ਇਸਲਾਮਾਬਾਦ ਲੈ ਕੇ ਗਿਆ ਹੈ। ਕਿੰਨੇ ਪੈਸਿਆਂ 'ਚ ਗੁਰਦਾ ਵੇਚਿਆ? 3 ਲੱਖ ਦੇ ਵਿੱਚ। ਤੁਸੀਂ ਇਸ ਸ਼ਖਸ ਦੇ ਪਿੱਛੇ ਆਪਣਾ ਗੁਰਦਾ 3 ਲੱਖ ਵਿੱਚ ਵੇਚ ਦਿੱਤਾ? ਹਾਂਜੀ। ਫਿਰ ਵੀ ਨਹੀਂ ਰਾਜ਼ੀ ਹੋਇਆ? ਨਹੀਂ ਰਾਜ਼ੀ ਹੋਇਆ। ਹੁਣ ਵੀ ਇਹ ਮਾਰਦਾ ਪੀੜਦਾ ਸਭ ਕੁਝ ਕਰਦਾ ਹੈ ਕਿ ਮੈਨੂੰ ਪੈਸੇ ਚਾਹੀਦੇ, ਨਹੀਂ ਤੇ ਮੈਂ ਹੁਣ ਬੇਟੀ ਵੇਚ ਦੇਣੀ। ਨਹੀਂ ਤੇ ਬੇਟੀ ਵੇਚ ਦੇਣੀ ਹੈ ਨਾ। ਕੀ ਕਰ? ਫਿਰ ਮੈਂ ਹੱਦ ਪਾਰ ਕਰ ਦੇ ਤੇ ਮੈਂ ਕਿਹਾ ਨਹੀਂ, ਹੁਣ ਮੈਂ ਇਹ ਕੰਮ ਨਹੀਂ ਹੋਣ ਦੇਣਾ ਹੈਗਾ। ਤਸ਼ੱਦੁਦ ਕਿਸ ਤਰ੍ਹਾਂ ਕਰਦਾ? ਕਿਸ ਤਰ੍ਹਾਂ ਮਾਰਦਾ? ਮਾਰਦਾ ਪੀੜਦਾ, ਡੰਡਿਆਂ ਨਾਲ, ਸੋਟਿਆਂ ਨਾਲ, ਠੁੱਡੇ ਵਗੈਰਾ ਮਾਰਦਾ। ਇਹਨੇ ਮੇਰੇ ਦਿਮਾਗ ਦੇ ਸਾਹਮਣੇ ਵੀ ਮਾਰਿਆ, ਪੀਟਿਆ, ਸਭ ਕੁਝ ਕੀਤਾ। ਮੇਰੀ ਭੈਣ, ਇੰਨਾ ਸਾਰਾ ਜ਼ੁਲਮ ਤੁਸੀਂ ਕਿੰਨੇ ਅਰਸੇ ਤੋਂ ਬਰਦਾਸ਼ਤ ਕਰੀ ਜਾ ਰਹੇ ਹੋ ਤਾਂ ਆਪਣੀ ਮਾਂ ਕੋਲ ਚਲੇ ਜਾਓ। ਭੈਣਾਂ ਭਰਾ ਨਹੀਂ ਹੈ, ਕੋਈ ਹੋਰ ਆਸਰਾ ਨਹੀਂ ਜਿਹਦੇ ਕੋਲ ਚਲੇ ਜਾਓ ਤੁਸੀਂ? ਮਾਂ ਬਾਪ ਨਹੀਂ ਹੁਣ ਸਮਝਦੇ ਹੈਗੇ, ਉਹ ਆਂਦੇ ਨੇ ਕਿ ਨਹੀਂ ਉੱਥੇ ਹੀ ਰਹਿ। ਜਦੋਂ ਭੈਣ ਭਰਾ ਵੀ ਨਹੀਂ ਹੈ? ਨਹੀਂ, ਕੋਈ ਵੀ ਨਹੀਂ ਸਮਝਦਾ ਹੈਗਾ। ਹੁਣ ਸਭ ਕੁਝ ਇਹੀ ਸੀ ਤੇ ਫਿਰ ਇਹਦੇ ਕੋਲ ਹੀ ਰਹਿਣਾ ਸੀ, ਇਹਦੀ ਖਾਤਰ ਸਭ ਕੁਝ ਕੀਤਾ। ਹੁਣ ਇਹ ਨਹੀਂ ਬਣਦਾ ਤੇ ਫਿਰ ਮੈਂ ਹੁਣ ਕਿੱਥੇ ਜਾਵਾਂ? ਆਪਣੇ ਮਾਂ-ਬਾਪ ਨੂੰ ਪਤਾ ਤੁਹਾਡੇ ਨੂੰ ਕਿ ਇਹ ਸ਼ਖਸ ਜਿਹੜਾ ਤੁਹਾਡਾ ਸ਼ੋਹਰ ਹੈ ਉਹ ਇਹ ਕੁਝ ਕਰਵਾਉਂਦਾ? ਹਾਂਜੀ, ਉਹਨਾਂ ਮਾਪਿਆਂ ਨੂੰ ਸਭ ਕੁਝ ਪਤਾ। ਪਤਾ ਹੈ ਉਹਨਾਂ ਨੂੰ? ਉਹਨਾਂ ਨੂੰ ਇਹ ਵੀ ਪਤਾ ਕਿ ਗੁਰਦਾ ਵੀ ਵੇਚਿਆ ਇਹਨਾਂ ਨੇ ਕਢਾ ਕੇ। ਉਹ ਆਫ ਕੈਮਰਾ ਤੁਸੀਂ ਦੱਸ ਰਹੇ ਸੀ ਕਿ ਉਹ ਕਹਿ ਰਿਹਾ ਕਿ ਹੁਣ ਆਪਣਾ ਜਿਗਰ ਵੀ ਵੇਚ, ਕੁਝ ਹੋਰ ਜਿਸਮ ਦਾ ਹਿੱਸਾ ਵੇਚ ਤਾਂ ਕਿ ਮੈਨੂੰ ਮਜ਼ੀਦ ਪੈਸੇ ਮਿਲਣ। ਆਇਸ ਕਰ ਸਕਦਾ? ਹਾਂਜੀ, ਤੇ ਜਦੋਂ ਉਹਨੇ ਕਿਹਾ ਨਾ ਜਿਗਰ ਵੇਚਣਾ, ਤੇ ਮੈਂ ਕਿਹਾ ਕਿ ਨਹੀਂ, ਇਹ ਕੰਮ ਨਹੀਂ ਹੋਣਾ ਹੈਗਾ। ਗੁਰਦੇ ਤੋਂ ਬਾਅਦ ਤੁਹਾਡਾ ਜਿਗਰ ਵੇਚਣ ਦੀ ਵੀ ਗੱਲ ਚੱਲ ਰਹੀ, ਡੀਲ ਚੱਲ ਰਹੀ? ਹਾਂਜੀ, ਬਿਲਕੁਲ। ਕਿੰਨੇ ਪੈਸਿਆਂ 'ਚ? 7 ਲੱਖ 'ਚ। ਪਹਿਲੇ ਗੁਰਦਾ ਵੇਚਿਆ 3 ਲੱਖ ਦਾ, ਹੁਣ ਕਹਿੰਦਾ ਕਿ ਆਪਣਾ ਜਿਗਰ ਵੀ ਵੇਚ। 7 ਲੱਖ ਦੇ ਵਿੱਚ ਜਿਗਰ ਵੇਚਣਾ। ਕਿਹੋ ਜਿਹਾ ਸ਼ੋਹਰ ਹੈ ਮੇਰੀ ਭੈਣ? ਪਹਿਲੇ ਤੁਹਾਡਾ ਜਿਸਮ ਵੇਚਦਾ ਰਿਹਾ, ਫਿਰ ਗੁਰਦਾ ਵੇਚ ਦਿੱਤਾ, ਹੁਣ ਕਹਿ ਰਿਹਾ ਕਿ ਜਿਗਰ ਵੀ ਵੇਚ ਦੇ। ਉਹਦੀ ਆਇਸ ਨਹੀਂ ਨਾ ਪੂਰੀ ਹੁੰਦੀ, ਨਸ਼ਾ ਨਹੀਂ ਪੂਰਾ ਹੋਣ ਦਿਆ। ਅਗਰ ਉਹ ਬੰਦਾ ਵੀਡੀਓ ਵੇਖਦਾ ਹੈ, ਅਗਰ ਤੁਹਾਡਾ ਸ਼ੋਹਰ ਵੇਖ ਰਿਹਾ, ਉਹਨੂੰ ਕੀ ਕਹੋਗੇ? ਉਹਦੀਆਂ ਅੱਖਾਂ ਚੱਖਾਂ ਪਾ ਕੇ ਕੀ ਕਹਿਣਾ ਚਾਹੋਗੇ? ਇਨਸਾਫ ਹੀ ਚਾਹੀਦਾ ਮੈਨੂੰ ਉਹਦੇ ਕੋਲੋਂ। ਹੁਣ ਮੈਂ ਉਹਦੇ ਨਾਲ ਨਹੀਂ ਰਹਿਣਾ ਚਾਹੁੰਦੀ। ਬਸ ਕੀ ਕਰਨਾ ਚਾਹੀਦਾ? ਕੀ ਇਨਸਾਫ ਚਾਹੀਦਾ ਤੁਹਾਨੂੰ? ਇਹਦਾ ਕੀ ਕਿ ਉਹਦਾ ਅਰੈਸਟ ਕਰਵਾ ਦਿਓ ਉਹਨੂੰ ਬਸ। ਗ੍ਰਿਫਤਾਰ ਕੀਤਾ ਹਾਂਜੀ, ਤਾਂ ਕਿ ਕਿਤੇ ਤੁਹਾਡੀ ਬੇਟੀ ਨੂੰ ਵੀ ਨੁਕਸਾਨ ਨਾ ਪਹੁੰਚਾਏ, ਉਹਨੂੰ ਵੇਚ बिल्कुल। ਸਕੇ। ਹਾਂਜੀ। वैसे ये दास्तान है इस खातून की, बड़ा मुख्तसर सा इंटरव्यू है। ये खातून ये बता रही है कि मेरा शोहर जो कि अमूमन पाकिस्तान मुआशरे के अंदर ये समझा जाता है कि शोहर अपनी बीवी की इज़्ज़त का मुहाफिज होता है। जब वही शोहर बेगैरत हो जाए, जब वही शोहर भूल जाए कि खातून मेरी बीवी है, इसमें से मेरे बच्चे हैं, बाहर से गैर मर्द लाए और अपनी बीवी के साथ नाजायज़ ताल्लुकात कायम करवाए, वहाँ पर बंदा जाए तो जाए कहाँ? ना माँ बाप अपना बनता है, ना भाई बहन अपने बनते हैं। अब ये खातून जाए तो जाएगा, अपनी जाए तो जाएगा। मेरी बहन, आखिर में उन औरतों को क्या कहना चाहेंगी जो औरतें आपकी तरह खामोशी इख्तियार कर लेती है? इस तरह के बंदों के, इस तरह के जो शौहर होते हैं, उनके पीछे अपना जिस्म दे देती हैं, गुर्दे दे देती हैं, सारा कुछ कर बैठती हैं, उनको क्या पैगाम देंगी? सही है, खामोश हो जाना चाहिए या नहीं? नहीं, खामोश नहीं होना चाहिए, आवाज़ उठानी चाहिए। अपनी कीमती रखा इजाज़त की देखते रहे पॉइंट। अल्लाह ने के बान।